Hello everyone, today our topic is partnership. So partnership ਦੇ ਰਿਗਾਰਡਿੰਗ ਇਹ ਫਸਟ ਵੀਡੀਓ ਆ। ਸੋ ਪਲੱਸ 2 ਕਲਾਸ ਦੇ ਨਾਲ ਰਿਲੇਟਡ ਇਹ ਵੀਡੀਓ ਆ। ਉਹਦੇ ਸਿਲੇਬਸ ਦੇ ਵਿੱਚ ਪਾਰਟਨਰਸ਼ਿਪ ਆ, ਉਹਦੇ ਰਿਗਾਰਡਿੰਗ ਅਸੀਂ ਪਾਰਟਨਰਸ਼ਿਪ ਦਾ ਫਸਟ ਪਾਰਟ ਕਰਾਂਗੇ, ਇੰਟਰੋਡਕਸ਼ਨ ਦਾ। ਇਸ ਦੇ ਵਿੱਚ ਅਸੀਂ ਮੀਨਿੰਗ, ਫੀਚਰ, ਕੰਟੈਂਟ, ਪਾਰਟਨਰਸ ਦੇ ਰਾਈਟ ਤੇ ਰੂਲਸ ਐਪਲੀਕੇਬਲ ਇਨ ਕੇਸ ਆਫ ਨੋ ਪਾਰਟਨਰਸ਼ਿਪ ਦੀ। ਸੋ ਮੀਨਿੰਗ ਆਫ ਪਾਰਟਨਰਸ਼ਿਪ ਦਾ ਮੀਨਿੰਗ ਕੀ ਹੁੰਦਾ? ਜਦੋਂ ਦੋ ਜਾਂ ਦੋ ਤੋਂ ਵੱਧ ਪਰਸਨ ਕਿਸੇ ਕਾਮਨ ਆਬਜੈਕਟਿਵ ਜਿਵੇਂ ਕਿ ਲਾਭ ਜਾਂ ਪ੍ਰੋਫਿਟ ਅਰਨ ਕਰਨ ਦੇ ਉਦੇਸ਼ ਦੇ ਨਾਲ ਕੋਈ ਬਿਜ਼ਨਸ ਕਰਦੇ ਆ ਜਾਂ ਕੋਈ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਉਹ ਆਪਣੀ ਇਨਵੈਸਟਮੈਂਟ ਵੀ ਕਰਦੇ ਆ ਤੇ ਆਪਣੀਆਂ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਆ, ਉਹਨੂੰ ਪਾਰਟਨਰਸ਼ਿਪ ਕਿਹਾ ਜਾਂਦਾ ਵਾ। ਯਾਨੀ ਕਿ ਪਾਰਟਨਰਸ਼ਿਪ ਸਾਂਝੇਦਾਰੀ ਕਿਹਨੂੰ ਕਹਿੰਦਾ? ਜਦੋਂ ਦੋ ਤੋਂ ਵੱਧ ਪਰਸਨ ਕੋਈ ਕੰਮ ਕਰਦੇ ਆ ਜਿਹਦਾ ਉਦੇਸ਼ ਲਾਭ ਕਮਾਉਣਾ ਹੁੰਦਾ, ਜਿਹਦੇ ਵਿੱਚ ਉਹ ਆਪਣੇ ਧਨ ਵੀ ਲਾਉਂਦੇ ਆ ਤੇ ਆਪਣੀ ਸਰਵਿਸਿਜ਼ ਵੀ ਲਾਉਂਦੇ ਆ। ਇਹ ਸਾਰਾ ਕੁਝ ਇੱਕ ਡਾਕੂਮੈਂਟ ਦੇ ਅਕੋਰਡਿੰਗਲੀ ਕਰਦੇ ਆ। ਜੋ ਡਾਕੂਮੈਂਟ ਰਿਟਨ ਹੁੰਦਾ ਵਾ ਤਾਂ ਉਹਨੂੰ ਪਾਰਟਨਰਸ਼ਿਪ ਡੀਡ ਕਿਹਾ ਜਾਂਦਾ ਵਾ। ਜਿਹੜੇ ਪਰਸਨ ਇਸ ਤਰ੍ਹਾਂ ਸਾਂਝੇਦਾਰੀ ਕਹਿੰਦੇ ਆ ਉਹਨੂੰ ਸਾਂਝੇਦਾਰ ਜਾਂ ਭਾਈਵਾਲ ਕਿਹਾ ਜਾਂਦਾ, ਯਾਨੀ ਉਹਨਾਂ ਨੂੰ ਪਾਰਟਨਰ ਕਿਹਾ ਜਾਂਦਾ ਵਾ। ਨੈਕਸਟ ਹੈਗਾ ਆਪਣੇ ਕੋਲੇ ਸਾਂਝੇਦਾਰੀ ਦੀਆਂ ਵਿਸ਼ੇਸ਼ਤਾਵਾਂ। ਫੀਚਰਸ ਦੇ ਵਿੱਚ ਆ ਮੋਰ ਦੈਨ ਵਨ ਪਰਸਨ। ਜਿਹੜੀ ਪਾਰਟਨਰਸ਼ਿਪ ਹੁੰਦੀ ਆ ਉਹ ਇੱਕ ਤੋਂ ਵੱਧ ਪਰਸਨ ਇਨਵੋਲਵ ਹੁੰਦੇ ਆ, 2 3 4 5 ਕੋਈ ਵੀ ਪਰਸਨ ਇਨਵੋਲਵ ਹੋ ਸਕਦੇ ਆ। ਦੈਨ ਰਿਲੇਟਡ ਟੂ ਲੀਗਲ ਪ੍ਰੋਡਕਸ਼ਨ ਔਰ ਬਿਜ਼ਨਸ। ਇਹ ਲੀਗਲ ਬਿਜ਼ਨਸ ਦੇ ਨਾਲ ਰਿਲੇਟਡ ਹੁੰਦੀ ਹੈ ਜਾਂ ਪ੍ਰੋਡਕਸ਼ਨ ਜਾਂ ਸਰਵਿਸਿਜ਼ ਦੇ ਨਾਲ ਰਿਲੇਟਡ ਹੁੰਦੀ ਆ। ਬੇਸਡ ਔਨ ਵੋਲੰਟਰੀ ਐਗਰੀਮੈਂਟ। ਇਹ ਜਿਹੜੀ ਹੁੰਦੀ ਆ ਵੋਲੰਟਰੀ ਐਗਰੀਮੈਂਟ ਹੁੰਦੀ ਆ, ਮਤਲਬ ਇੱਛਾ ਅਨੁਸਾਰ ਹੁੰਦੀ ਆ। ਹਰੇਕ ਪਰਸਨ ਜੋ ਇਹਦੇ ਵਿੱਚ ਇਨਵੋਲਵ ਹੋਊਗਾ ਆਪਣੀ ਇੱਛਾ ਨਾਲ ਹੋਊਗਾ। ਦੈਟ ਕੈਨ ਬੀ ਰਿਟਨ ਔਰ ਔਰਲ। ਪ੍ਰੋਫਿਟ ਅਰਨਿੰਗ ਇਜ਼ ਦਾ ਮੇਨ ਆਬਜੈਕਟਿਵ। ਇਹ ਜਿਹੜੀ ਪਾਰਟਨਰਸ਼ਿਪ ਕੀਤੀ ਜਾਂਦੀ ਆ ਉਹ ਪ੍ਰੋਫਿਟ ਅਰਨ ਕਰਨ ਦੇ ਲਈ ਕੀਤੀ ਜਾਂਦੀ ਹੈ। ਇਹਦਾ ਮੇਨ ਆਬਜੈਕਟਿਵ ਲਾਭ ਕਮਾਉਣਾ ਹੁੰਦਾ ਵਾ। ਸ਼ੇਅਰਿੰਗ ਆਫ ਪ੍ਰੋਫਿਟ ਐਂਡ ਲਾਸ। ਜਿਹੜੀ ਪਾਰਟਨਰਸ਼ਿਪ ਆ ਉਹਦੇ ਵਿੱਚ ਪ੍ਰੋਫਿਟ ਐਂਡ ਲਾਸ ਸ਼ੇਅਰ ਕੀਤਾ ਜਾਊਗਾ। ਦੈਟ ਕੈਨ ਬੀ ਸ਼ੇਅਰ ਅਕੋਰਡਿੰਗ ਟੂ ਡਿਸਾਈਡਡ ਰੇਸ਼ੋ। ਜਾਂ ਤਾਂ ਉਹ ਨਿਸ਼ਚਿਤ ਅਨੁਪਾਤ 'ਚ ਵੰਡਿਆ ਜਾਊਗਾ, ਜੇ ਨਹੀਂ ਹੈਗਾ ਤਾਂ ਉਹਨਾਂ ਨੂੰ ਬਰਾਬਰ ਵੰਡਿਆ ਜਾਊਗਾ ਜੇ ਅਨੁਪਾਤ ਨਿਸ਼ਚਿਤ ਨਹੀਂ ਹੈ। ਨੰਬਰ ਆਫ ਪਾਰਟਨਰ। ਇੱਕ ਸਾਂਝੇਦਾਰੀ ਵਿੱਚ ਘੱਟੋ ਘੱਟ 2 ਪਾਰਟਨਰ ਹੋਣੇ ਚਾਹੀਦੇ ਆ, ਵੱਧੋ ਵੱਧ 50 ਹੋ ਸਕਦੇ ਆ। ਅਸੀਮਤ ਦੇਣਦਾਰੀ। ਪਾਰਟਨਰਸ਼ਿਪ ਦੀ ਸਭ ਤੋਂ ਇੰਪੋਰਟੈਂਟ ਫੀਚਰ ਇਹ ਆ ਵੀ ਇਹ ਜਿਹੜੇ ਪਾਰਟਨਰਸ ਹੁੰਦੇ ਆ ਉਹਨਾਂ ਦੀ ਲਾਇਬਿਲਿਟੀ ਅਨਲਿਮਿਟਡ ਹੁੰਦੀ ਆ। ਅਨਲਿਮਿਟਡ ਲਾਇਬਿਲਿਟੀ ਦਾ ਮਤਲਬ ਹੁੰਦਾ ਵਾ ਵੀ ਜੇ ਇਨ ਕੇਸ ਬਹੁਤ ਜ਼ਿਆਦਾ ਲਾਸ ਹੋ ਜਾਂਦਾ ਤਾਂ ਉਹਨਾਂ ਦੀ ਪਰਸਨਲ ਪ੍ਰੋਪਰਟੀ ਵੀ ਯੂਜ਼ ਕੀਤੀ ਜਾ ਸਕਦੀ ਆ ਲਾਸ ਨੂੰ ਪੂਰਾ ਕਰਨ ਦੇ ਲਈ। ਰਜਿਸਟ੍ਰੇਸ਼ਨ। ਜਿਹੜੀ ਸਾਂਝੇਦਾਰੀ ਫਰਮ ਆ ਉਹਦੀ ਰਜਿਸਟ੍ਰੇਸ਼ਨ ਕੰਪਲਸਰੀ ਨਹੀਂ ਹੁੰਦੀ, ਯਾਨੀ ਜ਼ਰੂਰੀ ਨਹੀਂ ਹੁੰਦੀ, ਆਪਸ਼ਨਲ ਹੁੰਦੀ ਆ। ਪਰ ਰਜਿਸਟ੍ਰੇਸ਼ਨ ਕਰਵਾਉਣ ਦੇ ਇੰਨੇ ਜ਼ਿਆਦਾ ਫਾਇਦੇ ਹੁੰਦੇ ਆ ਕਿ ਹਰੇਕ ਨੂੰ ਰਜਿਸਟ੍ਰੇਸ਼ਨ ਕਰਵਾ ਹੀ ਲੈਣੀ ਚਾਹੀਦੀ ਆ। ਹਿੱਸੇ ਦਾ ਤਬਦੀਲ ਨਾ ਹੋਣਾ। ਨੋਨ ਟਰਾਂਸਫਰੇਬਿਲਿਟੀ ਆਫ ਇੰਟਰਸਟ। ਇਹਦੇ ਵਿੱਚ ਅਗਲੀ ਗੱਲ ਇਹ ਆ ਵੀ ਜਿਹੜੀ ਸਾਂਝੇਦਾਰੀ ਫਰਮ ਹੁੰਦੀ ਆ ਉਹਦੇ ਵਿੱਚ ਪਾਰਟਨਰ ਆ ਆਪਣੇ ਹਿੱਸੇ ਨੂੰ ਟਰਾਂਸਫਰ ਨਹੀਂ ਕਰ ਸਕਦੇ, ਯਾਨੀ ਕਿ ਦੂਜੇ ਸਾਂਝੇਦਾਰਾਂ ਦੀ ਸਹਿਮਤੀ ਤੋਂ ਬਿਨਾਂ ਇਹਨੂੰ ਇਹ ਟਰਾਂਸਫਰ ਨਹੀਂ ਕਰ ਸਕਦੇ। ਸਾਂਝੇਦਾਰੀ ਅਧਿਨਿਯਮ। ਜਿਹੜੀ ਪਾਰਟਨਰਸ਼ਿਪ ਫਰਮ ਆ ਉਹ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਅੰਡਰ ਆਉਂਦੀ ਹੈ, ਯਾਨੀ ਕਿ ਭਾਰਤ ਦੇ ਵਿੱਚ ਸਾਂਝੇਦਾਰੀ ਫਰਮ ਉੱਪਰ ਭਾਰਤੀ ਸਾਂਝੇਦਾਰੀ ਅਧਿਨਿਯਮ 1932 ਲਾਗੂ ਹੁੰਦਾ ਹੈ। ਸਾਂਝੇਦਾਰੀ ਦਸਤਾਵੇਜ਼ ਦਾ ਅਰਥ ਆਪਾਂ ਪਹਿਲਾਂ ਵੀ ਦੱਸਿਆ ਸੀ। ਜਦੋਂ ਸਾਂਝੇਦਾਰੀ ਕੀਤੀ ਜਾਂਦੀ ਹੈ ਦੋ ਜਾਂ ਵੱਧ ਪਰਸਨ ਦੁਆਰਾ, ਉਹ ਇੱਕ ਡਾਕੂਮੈਂਟ ਦੇ ਅਕੋਰਡਿੰਗਲੀ ਕੀਤੀ ਜਾਂਦੀ ਆ। ਉਹ ਡਾਕੂਮੈਂਟ ਆ ਜਿਹੜਾ ਔਰਲ ਵੀ ਹੋ ਸਕਦਾ ਤੇ ਉਹ ਰਿਟਨ ਵੀ ਹੋ ਸਕਦਾ। ਜਦੋਂ ਉਹ ਡਾਕੂਮੈਂਟ ਜਿਹਦੇ ਤੇ ਬੇਸ ਤੇ ਪਾਰਟਨਰਸ਼ਿਪ ਕੀਤੀ ਜਾਂਦੀ ਆ ਰਿਟਨ ਹੁੰਦਾ ਵਾ ਤਾਂ ਉਹਨੂੰ ਪਾਰਟਨਰਸ਼ਿਪ ਡੀਡ ਕਿਹਾ ਜਾਂਦਾ ਵਾ। ਇਹਦੇ ਵਿੱਚ ਪਾਰਟਨਰਸ਼ਿਪ ਨਾਲ ਰਿਲੇਟਡ ਸਾਰੀਆਂ ਸ਼ਰਤਾਂ ਤੇ ਨਿਯਮ ਲਿਖੇ ਹੁੰਦੇ ਆ ਤੇ ਇਹਨਾਂ ਸ਼ਰਤਾਂ ਤੇ ਨਿਯਮ ਨੂੰ ਸਮਝੌਤਾ ਵੀ ਕਿਹਾ ਜਾਂਦਾ ਵਾ। ਆਪਾਂ ਤੁਹਾਨੂੰ ਦੱਸਿਆ ਵੀ ਇਹ ਮੌਖਿਕ ਤੇ ਲਿਖਤੀ। ਜਦੋਂ ਇਹ ਲਿਖਤੀ ਰੂਪ ਵਿੱਚ ਹੋ ਗਿਆ ਤੇ ਇਹਨੂੰ ਇੱਕ ਅਸ਼ਟਾਮ ਕਾਗਜ਼ ਦੇ ਉੱਤੇ ਲਿਖਿਆ ਜਾਂਦਾ ਵਾ ਤੇ ਉਹਦੇ ਵਿੱਚ ਸਾਰੇ ਪਾਰਟਨਰਸ ਦੇ ਸਿਗਨੇਚਰ ਹੁੰਦੇ ਆ, ਇਸ ਲਈ ਇਹਨੂੰ ਪਾਰਟਨਰਸ਼ਿਪ ਸਾਂਝੇਦਾਰੀ ਦਸਤਾਵੇਜ਼ ਯਾਨੀ ਪਾਰਟਨਰਸ਼ਿਪ ਡੀਡ ਕਿਹਾ ਜਾਂਦਾ ਵਾ। ਯਾਨੀ ਕਿ ਇਹ ਸਾਂਝੇਦਾਰੀ ਦਾ ਕਨਸਟੀਟਿਊਸ਼ਨ ਮਤਲਬ ਸੰਵਿਧਾਨ ਹੁੰਦਾ ਵਾ। ਇਸ ਵਿੱਚ ਸਾਂਝੇਦਾਰੀ ਦੇ ਵਪਾਰ ਨਾਲ ਸੰਬੰਧਿਤ ਸਾਰੀ ਜਾਣਕਾਰੀ, ਸ਼ਰਤਾਂ, ਨਿਯਮ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਥਿਤੀਆਂ ਦਾ ਸਮਾਧਾਨ ਦਿੱਤਾ ਹੁੰਦਾ। ਮਤਲਬ ਕੋਈ ਡਿਸਪਿਊਟ ਹੋ ਜਾਂਦਾ ਉਹਦੇ ਰਿਗਾਰਡਿੰਗ ਪਹਿਲਾਂ ਹੀ ਲਿਖਿਆ ਹੁੰਦਾ ਵੀ ਕਿੱਦਾਂ ਉਹਨੂੰ ਸੋਲਵ ਕਰਨਾ ਵਾ। ਨੈਕਸਟ ਹੈਗਾ ਸਾਂਝੇਦਾਰੀ ਦਸਤਾਵੇਜ਼ ਦੇ ਤੱਤ। ਪਾਰਟਨਰਸ਼ਿਪ ਡੀਡ ਦੇ ਵਿੱਚ ਕੀ ਹੋ ਸਕਦਾ ਵਾ? ਦੇਖੋ ਇਹ ਬੜੀ ਡਿਟੇਲ ਡਾਕੂਮੈਂਟ ਹੁੰਦਾ ਵਾ। ਇਹਦੇ ਵਿੱਚ ਹਰੇਕ ਉਹ ਗੱਲ ਲਿਖੀ ਹੁੰਦੀ ਆ ਜੋ ਪਾਰਟਨਰਸ਼ਿਪ ਦੇ ਲਈ ਨੈਸੈਸਿਟੀ ਆ, ਜ਼ਰੂਰੀ ਆ, ਪਾਰਟਨਰਸ਼ਿਪ ਦੇ ਵਿੱਚ ਜਿਹਦੀ ਲੋੜ ਪੈ ਸਕਦੀ ਆ। ਫਿਰ ਵੀ ਇਹਦੇ ਵਿੱਚ ਆਪਾਂ ਕੁਝ ਗੱਲਾਂ ਲਿਖਦੇ ਹਾਂ ਜੋ ਇਹਦੇ ਵਿੱਚ ਹੋ ਸਕਦੀਆਂ। ਪਹਿਲਾਂ ਹੋ ਸਕਦਾ ਵਾ ਸਾਂਝੇਦਾਰੀ ਫਰਮ ਦੇ ਕਾਰੋਬਾਰ ਅਤੇ ਕਾਰੋਬਾਰ ਦੀ ਥਾਂ ਦੀ ਜਾਣਕਾਰੀ, ਪਲੇਸ ਤੇ ਫਰਮ ਦਾ ਬਿਜ਼ਨਸ ਕੀ ਆ। ਦੈਨ ਫਰਮ ਦਾ ਨਾਮ ਤੇ ਪਤਾ ਲਿਖਿਆ ਹੁੰਦਾ ਵਾ। ਦੈਨ ਫਰਮ ਦੇ ਕਾਰੋਬਾਰ ਦੇ ਸੁਭਾਅ ਬਾਰੇ ਜਾਣਕਾਰੀ ਹੁੰਦੀ ਹੈ, ਨੇਚਰ ਆਫ ਬਿਜ਼ਨਸ। ਦੈਨ ਇਸ ਵਿੱਚ ਸਾਂਝੇਦਾਰਾਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ, ਪੇਮੈਂਟਸ ਕਿਹੜੀ ਹੋ ਸਕਦੀ ਹੈ, ਜਿਵੇਂ ਸੈਲਰੀ, ਕਮਿਸ਼ਨ, ਫੀਸ, ਬੋਨਸ, ਇੰਟਰਸਟ ਔਨ ਕੈਪੀਟਲ, ਇੰਟਰਸਟ ਔਨ ਡਰਾਇੰਗ,
ਪ੍ਰੋਫਿਟ ਐਂਡ ਲਾਸ ਦਾ ਸ਼ੇਅਰ ਜਾਨੀ ਡਿਵੀਜ਼ਨ ਆਫ ਪ੍ਰੋਫਿਟ ਐਂਡ ਲਾਸ ਬਾਰੇ ਸਾਰੇ ਨਿਯਮ ਲਿਖੇ ਹੁੰਦੇ ਆ। ਇਹਦੇ ਵਿੱਚ ਸਾਂਝੇਦਾਰ ਦੁਆਰਾ ਨਿਵੇਸ਼ ਕੀਤੀ ਹੋਈ ਪੂੰਜੀ ਬਾਰੇ ਵੀ ਜਾਣਕਾਰੀ ਹੁੰਦੀ ਹੈ ਕਿ ਕਿਸੇ ਪਾਰਟਨਰ ਨੇ ਕਿੰਨੀ ਅਮਾਊਂਟ ਇਨਵੈਸਟ ਕੀਤੀ ਆ। ਸਾਂਝੇਦਾਰਾਂ ਨੂੰ ਉਹਨਾਂ ਦੁਆਰਾ ਫਰਮ ਨੂੰ ਦਿੱਤੇ ਕਰਜ਼ੇ ਦੇ ਉੱਤੇ ਦਿੱਤੇ ਜਾਣ ਵਾਲੇ ਵਿਆਜ ਦੀ ਦਰ, ਨਿੱਜ ਵਰਤੀ ਰਕਮ ਦੇ ਵਿਆਜ ਦੀ ਦਰ, ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕਿਸੇ ਹੋਰ ਤਰ੍ਹਾਂ ਦੇ ਭੁਗਤਾਨ ਜਾਂ ਪ੍ਰਾਪਤੀਆਂ ਦੀ ਜਾਣਕਾਰੀ ਹੁੰਦੀ ਆ। ਇਸ ਵਿੱਚ ਸਾਂਝੇਦਾਰੀ ਦਾ ਸਮਾਂ, ਕਿੰਨੇ ਸਮੇਂ ਲਈ ਅਸੀਂ ਸਾਂਝੇਦਾਰੀ ਕੀਤੀ ਆ, ਜਿਹੜੀ ਅਸੀਂ ਬੁੱਕ ਮੇਨਟੇਨ ਕਰਨੀਆਂ ਵਾ, ਕਿਸ ਮੈਥਡ ਦੇ ਅਕੋਰਡਿੰਗਲੀ ਕਰਨੀਆਂ ਵਾ, ਤੇ ਪਾਰਟਨਰਸ ਦੇ, ਡਿਫਰੈਂਟ ਪਾਰਟਨਰਸ ਦੇ ਅਕਾਊਂਟ, ਉਹਨਾਂ ਦਾ ਅਕਾਊਂਟ ਨੰਬਰ, ਤੇ ਅਕਾਊਂਟਿੰਗ ਪੀਰੀਅਡ ਕੀ ਹੋਊਗਾ, ਲੇਖਾ ਸਮਾਂ ਕੀ ਹੋਊਗਾ, ਸੰਪਤੀਆਂ ਦੇ ਮੁਲਾਂਕਣ ਦੇ ਢੰਗ, ਐਸੈਟ ਨੂੰ ਵੈਲਿਊਏਟ ਕਿਵੇਂ ਕਰਨਾ ਵਾ। ਇਸ ਤੋਂ ਇਲਾਵਾ ਸਾਂਝੇਦਾਰਾਂ ਦੀ ਸੰਖਿਆ, ਨੰਬਰ ਆਫ ਪਾਰਟਨਰਸ, ਉਹਨਾਂ ਦੇ ਰਾਈਟਸ, ਉਹਨਾਂ ਦੇ ਫੰਕਸ਼ਨ, ਉਹਨਾਂ ਦੀ ਡਿਊਟੀਜ਼, ਉਹਨਾਂ ਦੀ ਰਿਟਾਇਰਮੈਂਟ, ਉਹਨਾਂ ਨੂੰ ਰਿਟਾਇਰਮੈਂਟ ਸਮੇਂ ਕੀਤੇ ਜਾਣ ਵਾਲੀ ਪੇਮੈਂਟਸ, ਇਸ ਬਾਰੇ ਵੀ ਜਾਣਕਾਰੀ ਹੁੰਦੀ ਆ। ਦੈਨ 9th ਪੁਆਇੰਟ ਦੇ ਵਿੱਚ ਆ ਵੀ ਲੜਾਈ ਝਗੜੇ ਦੇ ਸਮਾਧਾਨ ਸੰਬੰਧੀ ਨਿਯਮ ਵੀ ਇਹਦੇ ਵਿੱਚ ਦਰਜ ਹੁੰਦੇ ਆ। ਮਤਲਬ ਇਹਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਹਰ ਉਹ ਸੰਭਵ ਚੀਜ਼ ਲਿਖ ਲਈ ਜਾਵੇ ਜਿਹਦਾ ਵਿੱਚ ਜਿਸ ਰਿਗਾਰਡਿੰਗ ਫਿਊਚਰ ਦੇ ਵਿੱਚ ਡਿਸਪਿਊਟ ਹੋ ਸਕਦਾ ਵਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਸਕਦੀ ਹੈ। ਜੇ ਕੋਈ ਚੀਜ਼ ਪਾਰਟਨਰਸ਼ਿਪ ਡੀਡ ਦੇ ਵਿੱਚ ਰਿਟਨ ਰਹਿ ਜਾਂਦੀ ਆ ਤਾਂ ਬਾਏ ਡਿਫਾਲਟ ਪਾਰਟਨਰਸ਼ਿਪ ਐਕਟ ਦੇ ਵਿੱਚ ਇੱਕ ਡੀਡ ਲਿਖੀ ਹੁੰਦੀ ਆ ਤਾਂ ਉਹਦੇ ਪ੍ਰੋਵੀਜ਼ਨਸ ਲਾਗੂ ਹੁੰਦੇ ਆ। ਸਾਂਝੇਦਾਰੀ ਦਸਤਾਵੇਜ਼ ਦੇ ਨਾ ਹੋਣ ਦੀ ਸਥਿਤੀ ਵਿੱਚ ਲਾਗੂ ਹੋਣ ਵਾਲੇ ਨਿਯਮ, ਰੂਲਸ ਐਪਲੀਕੇਬਲ ਇਨ ਦ ਐਬਸੈਂਸ ਆਫ ਪਾਰਟਨਰਸ਼ਿਪ ਡੀਡ। ਕਈ ਵਾਰ ਹੁੰਦਾ ਵੀ ਦੋ ਫਰੈਂਡਸ ਆਪਸ ਦੇ ਵਿੱਚ ਮਿਲ ਜਾਂਦੇ ਆ, ਉਹ ਕਹਿੰਦੇ ਚਲੋ ਆਪਾਂ ਕੰਮ ਕਰਦੇ ਆ, ਉਹਨਾਂ ਨੂੰ ਆਪਸ 'ਚ ਕੰਮ ਕਰਨਾ, ਆਪ ਮਿਲ ਕੇ ਕੰਮ ਕਰਨਾ ਅੱਛਾ ਲੱਗਦਾ, ਉਦਾਂ ਹੀ ਕੰਮ ਸ਼ੁਰੂ ਕਰ ਲੈਂਦੇ ਆ, ਹੌਲੀ ਹੌਲੀ ਬਿਜ਼ਨਸ ਚੱਲ ਪੈਂਦਾ ਵਾ, ਬਹੁਤ ਜ਼ਿਆਦਾ ਬਿਜ਼ਨਸ ਚੱਲ ਪੈਂਦਾ ਵਾ। ਬਾਅਦ ਦੇ ਵਿੱਚ ਜਦੋਂ ਬਹੁਤ ਪ੍ਰੋਫਿਟ ਹੁੰਦਾ ਵਾ ਤਾਂ ਉਹਨਾਂ ਦੇ ਵਿੱਚ ਕਈ ਵਾਰ ਡਿਸਪਿਊਟ ਪੈਦਾ ਹੋ ਜਾਂਦਾ ਵੀ ਇਹ ਪ੍ਰੋਫਿਟ ਐਂਡ ਲਾਸ ਸ਼ੇਅਰ ਕਿਵੇਂ ਕਰਨਾ ਵਾ ਜਾਂ ਵਰਕਿੰਗ ਆਵਰਸ ਕੀ ਹੋਣਗੇ, ਕੌਣ ਕੰਮ ਕਰੇਗਾ, ਇਸ ਤਰ੍ਹਾਂ ਦਾ ਡਿਸਪਿਊਟ ਹੋ ਜਾਂਦਾ। ਮਤਲਬ ਕਈ ਵਾਰ ਇੱਦਾਂ ਹੁੰਦਾ ਵਾ ਵੀ ਸਾਂਝੇਦਾਰੀ ਹੈ ਜਿਹੜੀ ਉਹ ਬਿਨਾਂ ਕਿਸੇ ਡਾਕੂਮੈਂਟ ਦੇ ਉੱਤੇ ਕਰ ਲਿੱਤੀ ਜਾਂਦੀ ਹੈ, ਬਿਨਾਂ ਕਿਸੇ ਸਮਝੌਤੇ ਤੇ ਕਰ ਲਿੱਤੀ ਜਾਂਦੀ ਹੈ। ਇਸ ਸਥਿਤੀ ਦੇ ਵਿੱਚ ਭਾਰਤੀ ਸਾਂਝੇਦਾਰੀ ਅਧਿਨਿਯਮ 1932 ਦੇ ਵਿੱਚ ਕੁਝ ਨਿਯਮ ਦਿੱਤੇ ਹੋਏ ਆ ਵੀ ਜਦੋਂ ਤੁਸੀਂ ਪਾਰਟਨਰਸ਼ਿਪ ਡੀਡ ਨਹੀਂ ਬਣਾਈ ਤਾਂ ਉਹ ਵਾਲੇ ਰੂਲ ਐਪਲੀਕੇਬਲ ਹੋਣਗੇ। ਤੇ ਸਾਂਝੇਦਾਰੀ ਦਸਤਾਵੇਜ਼ ਦੇ ਨਾ ਹੋਣ ਜਾਂ ਸਪਸ਼ਟ ਨਾ ਹੋਣ ਦੀ ਸਥਿਤੀ ਵਿੱਚ ਲਾਗੂ ਹੋਣ ਵਾਲੇ ਨਿਯਮ ਹੈਗੇ ਆ। ਪਹਿਲਾ ਹੈਗਾ ਲਾਭ ਹਾਨੀ ਦੀ ਵੰਡ, ਡਿਵੀਜ਼ਨ ਆਫ ਪ੍ਰੋਫਿਟ। ਪਾਰਟਨਰਸ਼ਿਪ ਡੀਡ ਨਹੀਂ ਹੈਗੀ ਤਾਂ ਇਹ ਕਲੀਅਰ ਆ ਵੀ ਜਿਹੜੀ ਡਿਵੀਜ਼ਨ ਆਫ ਪ੍ਰੋਫਿਟ ਆ ਉਹ ਸਾਰੇ ਪਾਰਟਨਰਸ ਦੇ ਵਿੱਚ ਇਕੁਅਲ ਹੋਊਗੀ, ਬਰਾਬਰ ਕੀਤੀ ਜਾਵੇ, ਚਾਹੇ ਕੋਈ ਪਾਰਟਨਰ ਕੰਮ ਕਰਦਾ ਚਾਹੇ ਨਹੀਂ ਕਰਦਾ, ਵਰਕਿੰਗ ਪਾਰਟਨਰ ਆ, ਸਲੀਪਿੰਗ ਪਾਰਟਨਰ ਆ, ਅਮਾਊਂਟ ਲਗਾਈ ਜਾਂ ਨਹੀਂ ਲਗਾਈ, ਕੋਈ ਮਤਲਬ ਨਹੀਂ ਇਹਦੇ ਨਾਲ। ਸਾਰੇ ਪਾਰਟਨਰ ਨੂੰ ਪ੍ਰੋਫਿਟ ਇਕੁਅਲੀ ਡਿਵਾਈਡ ਕੀਤਾ ਜਾਊਗਾ। ਇੰਟਰਸਟ ਔਨ ਕੈਪੀਟਲ, ਪੂੰਜੀ ਤੇ ਵਿਆਜ। ਦੇਖੋ ਜੇ ਪਾਰਟਨਰਸ਼ਿਪ ਡੀਡ ਹੈ ਨਹੀਂ ਤਾਂ ਪੂੰਜੀ ਤੇ ਵਿਆਜ ਨਹੀਂ ਦਿੱਤਾ ਜਾਏਗਾ, ਚਾਹੇ ਜਿੰਨੀ ਮਰਜ਼ੀ ਅਮਾਊਂਟ ਕਿਸੇ ਨੇ ਇਨਵੈਸਟ ਕੀਤੀ ਹੋਵੇ। ਨੋ ਇੰਟਰਸਟ ਔਨ ਕੈਪੀਟਲ ਵਿਲ ਬੀ ਗਿਵਨ ਇਫ ਦੇਰ ਇਜ਼ ਨੋ ਪਾਰਟਨਰਸ਼ਿਪ ਡੀਡ। ਸੇਮ ਹੀ ਕੇਸ ਆ ਨਿੱਜ ਵਰਤੀ ਰਕਮ ਦੇ ਵਿਆਜ, ਇੰਟਰਸਟ ਔਨ ਡਰਾਇੰਗ। ਇਦਾਂ ਹੀ ਜੇ ਕਿਸੇ ਪਾਰਟਨਰ ਨੇ ਆਪਣੇ ਯੂਜ਼ ਲਈ ਅਮਾਊਂਟ ਵਿਡਰੋ ਕੀਤੀ ਆ ਉਹ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਇੰਟਰਸਟ ਨਹੀਂ ਲਿਆ ਜਾਊਗਾ, ਡਰਾਇੰਗ ਤੇ ਕੋਈ ਇੰਟਰਸਟ ਨਹੀਂ ਲਿਆ ਜਾਊਗਾ, ਚਾਹੇ ਜਿੰਨੀ ਮਰਜ਼ੀ ਅਮਾਊਂਟ ਉਹਨੇ ਯੂਜ਼ ਕੀਤੀ ਹੋਵੇ, ਜੇ ਪਾਰਟਨਰਸ਼ਿਪ ਡੀਡ ਨਹੀਂ ਹੈ। ਸਾਂਝੇਦਾਰਾਂ ਨੂੰ ਵੇਤਨ, ਸੈਲਰੀ ਟੂ ਪਾਰਟਨਰ। ਜੇ ਪਾਰਟਨਰਸ਼ਿਪ ਡੀਡ ਨਹੀਂ ਹੈਗੀ ਤਾਂ ਕਿਸੇ ਵੀ ਸਾਂਝੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੈਲਰੀ ਨਹੀਂ ਦਿੱਤੀ ਜਾਊਗੀ, ਯਾਨੀ ਉਹਨੂੰ ਕੋਈ ਵੀ ਸੈਲਰੀ ਲੈਣ ਦਾ ਅਧਿਕਾਰ ਨਹੀਂ ਹੋਊਗਾ। ਕਰਜ਼ੇ ਉੱਪਰ ਵਿਆਜ, ਇੰਟਰਸਟ ਔਨ ਲੋਨ। ਹਾਂ, ਇਹਦੇ ਵਿੱਚ ਇਹ ਗੱਲ ਆ ਵੀ ਜੇ ਕਿਸੇ ਪਾਰਟਨਰ ਨੇ ਫਰਮ ਦੇ ਯੂਜ਼ ਲਈ ਕੋਈ ਅਮਾਊਂਟ ਦਿੱਤੀ ਆ ਐਜ਼ ਏ ਲੋਨ, ਜਦੋਂ ਅਮਾਊਂਟ ਦਿੱਤੀ ਆ ਤਾਂ ਉਸ ਲੋਨ ਦੀ ਅਮਾਊਂਟ ਦੇ ਉੱਤੇ ਚਾਹੇ ਡੀਡ ਨਹੀਂ ਵੀ ਹੈ, ਪਾਰਟਨਰ ਨੂੰ ਇੰਟਰਸਟ ਲੈਣ ਦਾ ਅਧਿਕਾਰ ਹੈਗਾ ਵਾ। ਤੇ ਇਹ ਇੰਟਰਸਟ ਉਹਨੂੰ 6% ਐਨੂਅਲ, ਯਾਨੀ ਕਿ 6% ਐਨੂਅਲ ਜਾਂ 6% ਸਾਲਾਨਾ ਦੀ ਦਰ ਨਾਲ ਦਿੱਤਾ ਜਾਊਗਾ, ਨਾ ਵੱਧ ਨਾ ਘੱਟ। ਯਾਨੀ ਜੇ ਅਸੀਂ ਸਾਰੇ ਦਾ ਸਮਰੀ ਕਰੀਏ ਵੀ ਜੇ ਪਾਰਟਨਰਸ਼ਿਪ ਡੀਡ ਨਹੀਂ ਹੈਗੀ ਤਾਂ ਪਾਰਟਨਰਸ ਜਿਹੜੇ ਸਿਰਫ ਦੋ ਹੀ ਚੀਜ਼ਾਂ ਲੈ ਸਕਦੇ ਆ। ਇੱਕ ਫਸਟ ਪੁਆਇੰਟ ਲਾਭ ਹਾਨੀ ਦੀ ਵੰਡ, ਉਹਨਾਂ ਨੂੰ ਬਰਾਬਰ ਹੋ ਸਕਦੀ ਆ। ਇੱਕ ਲਾਸਟ ਪੁਆਇੰਟ ਇੰਟਰਸਟ ਔਨ ਲੋਨ, 6% ਦੀ ਦਰ ਨਾਲ ਉਹਨੂੰ ਜਿੰਨਾ ਉਹਨਾਂ ਨੇ ਅਮਾਊਂਟ ਦਿੱਤੀ ਆ ਉਹਦੇ ਤੇ ਉਹਨਾਂ ਨੂੰ ਲੋਨ ਮਿਲ ਸਕਦਾ ਵਾ ਸਾਲਾਨਾ 6% ਦੇ ਹਿਸਾਬ ਨਾਲ। ਨੈਕਸਟ ਹੈਗਾ ਰਾਈਟ ਆਫ ਦਾ ਪਾਰਟਨਰ। ਸਾਂਝੇਦਾਰਾਂ ਦੇ ਕੁਝ ਅਧਿਕਾਰ ਵੀ ਹੁੰਦੇ ਆ। ਸਾਂਝੇਦਾਰਾਂ ਦੇ ਅਧਿਕਾਰ ਕੀ ਆ? ਪਹਿਲਾ ਹੈਗਾ ਸਾਂਝੇਦਾਰ ਦਾ ਦਾਖਲਾ, ਐਡਮਿਸ਼ਨ ਆਫ ਪਾਰਟਨਰ। ਇਹ ਸਾਂਝੇਦਾਰਾਂ ਦਾ ਅਧਿਕਾਰ ਹੁੰਦਾ ਵੀ ਉਹ ਕਿਸੇ ਪਾਰਟਨਰ ਨੂੰ ਐਂਟਰ ਹੋਣ ਦੇਣ ਜਾਂ ਨਾ ਹੋਣ ਦੇਣ। ਮਤਲਬ ਸਾਂਝੇਦਾਰੀ ਦੇ ਵਿੱਚ ਫਰਦਰ ਪਾਰਟਨਰ ਐਡ ਕਰਨਾ ਵਾ ਜਾਂ ਨਹੀਂ ਕਰਨਾ, ਇਹ ਸਾਂਝੇਦਾਰਾਂ ਦਾ ਅਧਿਕਾਰ ਆ। ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਨੂੰ ਵੀ ਪਾਰਟਨਰ ਨਹੀਂ ਬਣਾਇਆ ਜਾ ਸਕਦਾ। ਕਿਤਾਬਾਂ ਨੂੰ ਜਾਂਚਣ ਅਤੇ ਉਤਾਰਾ ਪ੍ਰਾਪਤ ਕਰਨਾ, ਇਨਸਪੈਕਸ਼ਨ ਆਫ ਬੁੱਕ ਐਂਡ ਗੈਟਿੰਗ ਏ ਕਾਪੀ ਆਫ ਦੈਟ। ਮਤਲਬ ਸਾਂਝੇਦਾਰ ਕਿਸੇ ਵੀ ਵੇਲੇ
ਬੁੱਕਸ ਆਫ ਅਕਾਊਂਟ ਨੂੰ ਚੈੱਕ ਕਰ ਸਕਦੇ ਆ, ਉਹਦੀ ਫੋਟੋਕਾਪੀਆਂ ਲੈ ਸਕਦੇ ਆ, ਇਹ ਉਹਨਾਂ ਦਾ ਅਧਿਕਾਰ ਹੁੰਦਾ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਕਿਰਾਇਆ ਅਤੇ ਹੋਰ ਭੁਗਤਾਨ, ਰੈਂਟ ਐਂਡ ਅਦਰ ਪੇਮੈਂਟ, ਜੇ ਸਾਂਝੇਦਾਰ ਵਪਾਰ ਨੂੰ ਕਰਨ ਦੇ ਲਈ ਕਿਸੇ ਜਗ੍ਹਾ ਤੇ ਪੇਮੈਂਟ ਕਰ ਦਿੰਦਾ ਵਾ ਜਾਂ ਫਿਰ ਆਪਣੀ ਥਾਂ ਦੇ ਦਿੰਦਾ ਵਾ ਵਪਾਰ ਨੂੰ ਕਰਨ ਲਈ, ਯਾਨੀ ਵਪਾਰ ਕੋਲੇ ਜਗ੍ਹਾ ਹੈ ਨਹੀਂ, ਇੱਕ ਬੰਦਾ ਆਪਣੀ ਜਗ੍ਹਾ ਦੇ ਦਿੰਦਾ ਵਾ, ਤਾਂ ਉਸ ਜਗ੍ਹਾ ਬੰਦੇ ਉਚਿਤ ਕਿਰਾਇਆ ਲੈਣ ਦਾ ਅਧਿਕਾਰ ਰੱਖਦਾ ਵਾ। ਉਚਿਤ ਕਿਰਾਇਆ ਮਤਲਬ ਜੋ ਜਾਇਜ਼ ਬੰਦਾ ਉਸ ਇਲਾਕੇ ਦੇ ਵਿੱਚ। ਤੇ ਇਸ ਤੋਂ ਇਲਾਵਾ ਜੇ ਕੋਈ ਉਹਨੇ ਅਮਾਉਂਟ ਫਰਮ ਦੇ ਲਈ ਸਪੈਂਡ ਕੀਤੀ ਹੈ ਤਾਂ ਬਾਅਦ ਚ ਉਹਦੀ ਰਿੰਬਰਸਮੈਂਟ ਕਰਾ ਸਕਦਾ, ਵਾਪਸ ਲੈ ਸਕਦਾ ਵਾ। ਇਸ ਤੋਂ ਇਲਾਵਾ ਵੀ ਜੇ ਤੈਅ ਕੀਤਾ ਵਾ ਪਾਰਟਨਰਸ਼ਿਪ ਚ ਡਿਸਾਈਡਡ ਆ ਤਾਂ ਪਾਰਟਨਰ ਸੈਲਰੀ, ਕਮਿਸ਼ਨ, ਲਾਭ ਚ ਹਿੱਸਾ ਤੇ ਪੂੰਜੀ ਤੇ ਵਿਆਜ ਇਹ ਲੈ ਸਕਦਾ ਵਾ। ਨਾਬਾਲਗ ਸਾਂਝੇਦਾਰ, ਮਾਈਨਰ ਪਾਰਟਨਰ, ਸਾਂਝੇਦਾਰ ਦੇ ਅਧਿਕਾਰ ਚ ਕਰਦੇ ਪਏ ਆ ਵੀ ਜੇ ਮਾਈਨਰ ਪਾਰਟਨਰ ਹੋਵੇ ਤਾਂ ਮਾਈਨਰ ਪਾਰਟਨਰ ਦੇ ਰਿਗਾਰਡਿੰਗ ਇੱਕ ਮਾਈਨਰ ਨੂੰ ਵੀ ਪਾਰਟਨਰ ਬਣਾਇਆ ਜਾ ਸਕਦਾ ਵਾ। ਇੱਥੇ ਫਿਰ ਮਾਈਨਰ ਦੇ ਅਧਿਕਾਰ ਵੀ ਹੋ ਗਏ। ਮਾਈਨਰ ਦੇ ਅਧਿਕਾਰ ਕੀ ਆ ਵੀ ਉਹਨੂੰ ਸਿਰਫ ਲਾਭ ਦੇ ਵਿੱਚ ਪਾਰਟਨਰ ਬਣਾਇਆ ਜਾ ਸਕਦਾ ਵਾ, ਜੇ ਪ੍ਰੋਫਿਟ ਹੋਇਆ ਤਾਂ ਉਹਨੂੰ ਹਿੱਸਾ ਮਿਲੂਗਾ ਪਰ ਲਾਸ ਦੇ ਵਿੱਚ ਨਹੀਂ। ਇਹ ਸਾਰੇ ਸਾਂਝੇਦਾਰੀ ਦੀ ਸਹਿਮਤੀ ਨਾਲ ਹੀ ਸੰਭਵ ਹੈ। ਫਰਮ ਦੀ ਸੰਪत्ति ਧਨ ਦੇ ਸਾਂਝੇਦਾਰਾਂ ਦੁਆਰਾ ਉਪਯੋਗ ਨੂੰ ਰੋਕਣਾ, ਜੇ ਕੋਈ ਪਾਰਟਨਰ ਫਰਮ ਦੀ ਪ੍ਰਾਪਰਟੀ ਦਾ ਆਪਣੀ ਨਿੱਜੀ ਪਰਪਸ ਲਈ ਉਪਯੋਗ ਕਰਦਾ ਵਾ ਤਾਂ ਸਾਰੇ ਪਾਰਟਨਰ ਕੋਲੇ ਇਹ ਅਧਿਕਾਰ ਹੈ ਵੀ ਉਹ ਦੂਸਰੇ ਪਾਰਟਨਰ ਨੂੰ ਜੋ ਇਸ ਤਰ੍ਹਾਂ ਕਰ ਰਿਹਾ ਵਾ ਰੋਕ ਸਕਦਾ ਵਾ। ਫਿਰ ਵੀ ਜੇ ਉਸ ਦਾ ਉਹ ਨਿੱਜੀ ਉਪਯੋਗ ਕਰਦਾ ਵਾ ਤਾਂ ਉਸ ਸੰਬੰਧੀ ਨਿਯਮ ਹੈਗੇ ਆ, ਉਹ ਹੇਠ ਲਿਖੇ ਆ। ਪਹਿਲਾ ਹੈਗਾ, ਜੇ ਫਰਮ ਦੀ ਧਨ ਜਾਂ ਸੰਪत्ति ਦੀ ਨਿੱਜੀ ਵਰਤੋਂ ਤੇ ਸਾਂਝੇਦਾਰ ਨੂੰ ਕੁਝ ਲਾਭ ਹੁੰਦਾ ਵਾ ਤਾਂ ਉਹ ਲਾਭ ਫਰਮ ਦਾ ਲਾਭ ਮੰਨਿਆ ਜਾਊਗਾ, ਭਾਵ ਉਸ ਸਾਂਝੇਦਾਰ ਨੂੰ ਉਹ ਸਾਰਾ ਲਾਭ ਫਰਮ ਨੂੰ ਦੇਣਾ ਪਊਗਾ। ਜੇ ਉਹ ਸਾਂਝੇਦਾਰ ਫਰਮ ਦੀ ਧਨ ਜਾਂ ਸੰਪत्ति ਦੀ ਵਰਤੋਂ ਕਰਦਾ ਤੇ ਉਹਨੂੰ ਹਾਨੀ ਹੋ ਜਾਂਦੀ ਆ, ਨੁਕਸਾਨ ਹੋ ਜਾਂਦੀ ਆ, ਤਾਂ ਉਹ ਹਾਨੀ ਉਸ ਸਾਂਝੇਦਾਰ ਦੀ ਹਾਨੀ ਮੰਨੀ ਜਾਊਗੀ, ਉਹਨੂੰ ਹੀ ਸਹਿਨ ਕਰਨੀ ਪਵੇਗੀ। ਇਹ ਹੈਗਾ ਰਾਈਟਸ ਆਫ ਪਾਰਟਨਰ। ਇਹ ਥਿਓਰੀਟੀਕਲ ਪੋਰਸ਼ਨ ਆ ਜਿਹੜਾ ਕੰਪਲੀਟ ਹੋ ਗਿਆ ਵਾ। ਸੋ ਸੈਕੰਡ ਪਾਰਟ ਦੇ ਵਿੱਚ ਆਪਾਂ ਅਕਾਊਂਟਿੰਗ ਵੱਲ ਜਾਂ ਅਕਾਊਂਟਸ ਵੱਲ ਵਧਾਂਗੇ ਪਾਰਟਨਰਸ਼ਿਪ ਦੇ। ਥੈਂਕਸ ਫॉर ਵਾਚਿੰਗ। ਸੋ ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ